पंजाबी शॉर्टहैंड डिक्टेशन स्पीड 90 शब्द प्रति मिनट। बी रेडी। स्टार्ट। गदर शब्द चेते आउंदियां ही पंजाबियां दा ध्यान 1857 ईस्वी दे विद्रोह तो मगरों विदेशां विच गए पंजाबियां वल्लों शुरू कीती इनकलाबी लहर वल जांदा है डंडी। 21 अप्रैल 2022 ਨੂੰ ਗਦਰ ਲਹਿਰ ਦੀ 119ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਡੰਡੀ। ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਲਈ 19ਵੀਂ ਅਤੇ 20ਵੀਂ ਸਦੀ ਦੌਰਾਨ ਪੰਜਾਬ ਸਮੇਤ ਵੱਡੀ ਗਿਣਤੀ ਵਿੱਚ ਸਮਾਜਿਕ ਅਤੇ ਧਾਰਮਿਕ ਲਹਿਰਾਂ ਵੱਖ-ਵੱਖ ਨਾਵਾਂ ਅਧੀਨ ਹੋਂਦ ਵਿੱਚ ਆ ਕੇ ਆਜ਼ਾਦੀ ਸੰਗਰਾਮ ਵੱਲ ਕੁੱਦੀਆਂ ਡੰਡੀ। ਇਹਨਾਂ ਲਹਿਰਾਂ ਵਿੱਚੋਂ 20ਵੀਂ ਸਦੀ ਦੇ ਦੂਸਰੇ ਦਹਾਕੇ ਦੇ ਵਿਦੇਸ਼ਾਂ ਵਿੱਚ ਵਸਦੇ ਅਨਪੜ੍ਹ ਮਜ਼ਦੂਰ ਤੇ ਕਿਸਾਨ ਭਾਰਤੀ ਕ੍ਰਾਂਤੀਕਾਰੀਆਂ ਵੱਲੋਂ ਗਦਰ ਲਹਿਰ 1913 ਦੇ ਹਥਿਆਰਬੰਦ ਇਨਕਲਾਬ ਰਾਹੀਂ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਦਾ ਇਹ ਕਦਮ ਆਜ਼ਾਦੀ ਅੰਦੋਲਨ ਦੀ ਪ੍ਰਾਪਤੀ ਵਿੱਚ ਇੱਕ ਨਿਵੇਕਲਾ ਸਥਾਨ ਰੱਖਦਾ ਹੈ ਡੰਡੀ। ਇਸ ਵਿੱਚ ਬਹੁਤ ਸਾਰੇ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੇ ਕੁਰਬਾਨੀ ਦਿੱਤੀ ਡੰਡੀ। ਗਦਰ ਲਹਿਰ ਦੇ ਸਦਕਾ ਹੀ ਅੱਗੋਂ ਗੁਰਦੁਆਰਾ ਸੁਧਾਰ ਲਹਿਰ 1920, ਬੱਬਰ ਅਕਾਲੀ ਲਹਿਰ 1923, ਕਿਰਤੀ ਕਿਸਾਨ ਲਹਿਰ 1928, ਨੌਜਵਾਨ ਭਾਰਤ ਸਭਾ ਅਤੇ ਕਾਂਗਰਸ ਲਹਿਰਾਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਲਈ ਘੋਲ ਜਾਰੀ ਰੱਖਿਆ ਡੰਡੀ। ਪੈਰਾ ਚੇਂਜ। ਗਦਰ ਲਹਿਰ ਦੀ ਉਤਪਤੀ ਅਮਰੀਕਾ ਵਿੱਚ ਵਸਦੇ ਭਾਰਤੀਆਂ ਨੇ ਕੀਤੀ ਡੰਡੀ। ਪ੍ਰਵਾਸ ਦੌਰਾਨ ਭਾਰਤੀਆਂ ਦੇ ਹਾਲਾਤ ਨੇ ਉਹਨਾਂ ਨੂੰ ਮਹਿਸੂਸ ਕਰਵਾਇਆ ਕਿ ਵਿਤਕਰੇ ਤੇ ਬੇਇਨਸਾਫੀਆਂ ਇਸ ਦੇ ਮੁੱਖ ਕਾਰਨ ਹਨ, ਜਿਸ ਕਾਰਨ ਉਹ ਗੁਲਾਮ ਹਨ ਡੰਡੀ। ਹਰੇਕ ਇਤਿਹਾਸਕਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅਮਰੀਕਾ ਤੇ ਕੈਨੇਡਾ ਵਿੱਚ ਨਸਲੀ ਵਿਤਕਰਾ ਪ੍ਰਚਲਿਤ ਸੀ ਡੰਡੀ। ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਕੁਝ ਦੇਸ਼ ਭਗਤ ਵਿਦਿਆਰਥੀ ਅਤੇ ਸੁਧਾਰਵਾਦੀ ਪ੍ਰਚਾਰਕ ਵੀ ਅਮਰੀਕਾ ਪਹੁੰਚੇ ਡੰਡੀ। ਇਹਨਾਂ ਵਿੱਚ ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ, ਪ੍ਰੋਫੈਸਰ ਤੇਜਾ ਸਿੰਘ MA ਮਸਤੂਆਣਾ, GD ਕੁਮਾਰ, ਤਾਰਕ ਨਾਥ ਦਾਸ, ਲਾਲਾ ਹਰਦਿਆਲ, ਰਾਮਨਾਥ ਪੁਰੀ, ਠਾਕੁਰ ਦਾਸ, ਮੌਲਵੀ ਬਰਕਤ ਉੱਲਾ ਅਤੇ ਸੁਰਿੰਦਰ ਮੋਹਨ ਬੋਸ ਆਦਿ ਸਨ ਡੰਡੀ। ਮਗਰੋਂ 21 ਅਪ੍ਰੈਲ 1913 ਈਸਵੀ ਨੂੰ ਅਸਟੋਰੀਆ, ਓਰੇਗਨ, ਅਮਰੀਕਾ ਦੀ ਆਰਾ ਮਿੱਲ 'ਚ ਬਾਬਾ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ਵਿੱਚ ਇੱਕ ਪ੍ਰਤੀਨਿਧਾਂ ਦੀ ਬੈਠਕ ਬੁਲਾਈ ਗਈ, ਜਿਸ ਵਿੱਚ ਪੋਰਟਲੈਂਡ ਤੇ ਸੈਂਟ ਜੌਨ ਤੋਂ ਆਏ 150 ਪ੍ਰਤੀਨਿਧ ਦੇਸ਼ ਭਗਤਾਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਫੈਸਲੇ ਲਏ ਗਏ ਡੰਡੀ। ਪ੍ਰਮੁੱਖ ਫੈਸਲਾ ਇਹ ਕਿ ਜਥੇਬੰਦੀ ਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਆਫ ਅਮਰੀਕਾ ਹੋਵੇਗਾ, ਜੋ ਮਗਰੋਂ ਗਦਰ ਪਾਰਟੀ ਦੇ ਨਾਂ ਨਾਲ ਪ੍ਰਸਿੱਧ ਹੋਈ ਡੰਡੀ। ਬੰਗਾਲ ਦੇ ਕ੍ਰਾਂਤੀਕਾਰੀ ਅਖਬਾਰ ਯੁਗਾਂਤਰ ਦੇ ਨਾਂ 'ਤੇ ਪਾਰਟੀ ਦਫ਼ਤਰ ਦਾ ਨਾਂ ਯੁਗਾਂਤਰ ਆਸ਼ਰਮ ਰੱਖਿਆ ਗਿਆ ਡੰਡੀ। 1 ਨਵੰਬਰ 1913 ਈਸਵੀ ਨੂੰ ਗਦਰ ਅਖਬਾਰ ਦਾ ਪਹਿਲਾ ਉਰਦੂ ਹਫ਼ਤਾਵਾਰੀ ਅੰਕ ਹੈੱਡ ਮਸ਼ੀਨ 'ਤੇ ਕਰਤਾਰ ਸਿੰਘ ਸਰਾਭਾ ਤੇ ਰਘਬੀਰ ਦਿਆਲ UP ਦੀ ਮਦਦ ਨਾਲ ਪ੍ਰਕਾਸ਼ਿਤ ਹੋਇਆ। ਮਗਰੋਂ ਪੰਜਾਬੀ, ਗੁਜਰਾਤੀ, ਬੰਗਾਲੀ, ਨੇਪਾਲੀ ਅਤੇ ਪਸ਼ਤੋ ਵਿੱਚ ਵੱਖ-ਵੱਖ ਭਾਸ਼ਾਵਾਂ ਵਾਲੇ ਇਸ ਜਮਹੂਰੀ ਪਰਚੇ ਨੇ ਪ੍ਰਵਾਸੀਆਂ ਦੀ पंजाबी शॉर्टहैंड डिक्टेशन स्पीड 85 शब्द प्रति मिनट। बी रेडी।
स्टार्ट। ਇਹ ਅਖਬਾਰ ਮਲਾਇਆ, ਹਾਂਗਕਾਂਗ, ਸ਼ੰਘਾਈ, ਸਿੰਗਾਪੁਰ, ਸਿਆਮ, ਪਨਾਮਾ, ਅਰਜਨਟੀਨਾ, ਦੱਖਣੀ ਅਫਰੀਕਾ, ਫਿਲਪੀਨ ਤੱਕ ਜਾਣ ਲੱਗਾ ਤੇ ਗਦਰ ਲਹਿਰ ਨੂੰ ਜਨਮ ਦਿੱਤਾ। ਡੰਡੀ ਮਗਰੋਂ ਪ੍ਰੈਸ ਵੱਲੋਂ ਗਦਰ ਦੀ ਗੂੰਜ ਨਾਮੀ ਕਿਤਾਬਚਾ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਹਰਨਾਮ ਸਿੰਘ ਟੁੰਡੀਲਾਟ, ਮੁਨਸ਼ਾ ਸਿੰਘ ਦੁਖੀ, ਭਗਵਾਨ ਸਿੰਘ ਪ੍ਰੀਤਮ ਆਦਿ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਸੀ। ਡੰਡੀ ਜੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਮੁਕੱਦਮੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ 13 ਅਕਤੂਬਰ 1914 ਵਿੱਚ ਕਾਮਾਗਾਟਾ ਮਾਰੂ SS ਕੋਰੀਆ ਜਹਾਜ਼ ਤੋਂ ਭਾਰਤ ਦੀ ਸਰਜ਼ਮੀਨ 'ਤੇ ਪੈਰ ਧਰਨ ਸਮੇਂ ਹੀ ਗ੍ਰਿਫਤਾਰ ਕਰਕੇ ਮੁਲਤਾਨ ਦੀ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਡੰਡੀ ਬਾਬਾ ਜੀ ਦੀ ਗ੍ਰਿਫਤਾਰੀ ਸਮੇਂ ਉਸ ਕੋਲੋਂ ਕੋਈ ਵੀ ਸਾਜ਼ਿਸ਼ ਸਾਹਿਤ ਦੀ ਇੱਕ ਵੀ ਇਤਰਾਜ਼ਯੋਗ ਲਿਖਤ ਬਰਾਮਦ ਨਹੀਂ ਸੀ ਕੀਤੀ ਗਈ। ਡੰਡੀ ਮਗਰੋਂ ਜੱਜਾਂ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਭਕਨਾ ਨੂੰ ਸਜ਼ਾ ਸੁਣਾਈ ਸੀ ਕਿ ਮੁਜਰਮ ਅਮਰੀਕਾ ਵਿੱਚੋਂ ਗਵਾਹ ਪੇਸ਼ ਕਰਨ ਦੇ ਅਯੋਗ ਸੀ। ਡੰਡੀ ਇਸੇ ਤਰ੍ਹਾਂ ਦਾ ਸਲੂਕ ਕੇਸਰ ਸਿੰਘ ਠੱਠੀਆ, ਜਵਾਲਾ ਸਿੰਘ ਠੱਠੀਆ, ਮੰਗਲ ਸਿੰਘ ਲਾਲਪੁਰਾ, ਸ਼ੇਰ ਸਿੰਘ ਵੇਈ ਭਾਈ, ਊਧਮ ਸਿੰਘ ਕਸੇਲ ਅਤੇ ਇੰਦਰ ਸਿੰਘ ਗ੍ਰੰਥੀ ਨਾਲ ਕੀਤਾ ਗਿਆ। ਡੰਡੀ ਪੈਰਾ ਚੇਂਜ। ਇਨ੍ਹਾਂ ਸਾਰਿਆਂ ਵਿਰੁੱਧ ਬਾਦਸ਼ਾਹ ਜਾਰਜ ਪੰਚਮ ਦਾ ਤਖਤਾ ਉਲਟਾਉਣ ਦੀ ਸਾਜ਼ਿਸ਼ ਦਾ ਦੋਸ਼ ਲਾ ਕੇ ਦਫਾ 121A ਅਧੀਨ ਮੁਕੱਦਮਾ ਚਲਾਇਆ ਗਿਆ। ਡੰਡੀ ਗਦਰੀਆਂ ਵੱਲੋਂ 21 ਫਰਵਰੀ 1915 ਈਸਵੀ ਦਾ ਦਿਨ ਕ੍ਰਾਂਤੀ ਲਈ ਤੈਅ ਕੀਤਾ ਗਿਆ। ਡੰਡੀ ਇਸ ਸਮੇਂ ਕੁਝ ਇਨਕਲਾਬੀਆਂ ਨੂੰ ਕਿਰਪਾਲ ਸਿੰਘ ਦਾ ਕਿਰਦਾਰ ਕੁਝ ਸ਼ੱਕੀ ਜਾਪਿਆ। ਡੰਡੀ ਮਗਰੋਂ 21 ਫਰਵਰੀ ਦੀ ਤਾਰੀਖ ਦਾ ਉਸ ਨੂੰ ਪਤਾ ਲੱਗ ਗਿਆ। ਡੰਡੀ ਇਸ 'ਤੇ ਦੁਬਾਰਾ ਵਿਚਾਰ ਕਰਨ 'ਤੇ ਤਾਰੀਖ 19 ਫਰਵਰੀ ਮਿਥੀ ਗਈ। ਡੰਡੀ ਇਹ ਮਿਤੀ ਵੀ ਕਿਰਪਾਲ ਸਿੰਘ ਤੋਂ ਛੁਪਾਈ ਨਾ ਜਾ ਸਕੀ। ਡੰਡੀ ਨਤੀਜੇ ਵਜੋਂ ਕਿਰਪਾਲ ਸਿੰਘ ਦੇ ਇਸ਼ਾਰੇ 'ਤੇ ਪੁਲਿਸ ਨੇ ਲਾਹੌਰ ਦੇ ਉਸ ਮਕਾਨ 'ਤੇ ਛਾਪਾ ਮਾਰ ਕੇ ਕ੍ਰਾਂਤੀ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਡੰਡੀ ਗਦਰ ਲਹਿਰ ਦੇ ਆਗੂ ਕਾਰਕੁਨਾਂ ਨੂੰ ਅੰਗਰੇਜ਼ਾਂ ਨੇ ਰਾਜ ਦੇ ਦੁਸ਼ਮਣ ਐਲਾਨਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਡੰਡੀ ਪਹਿਲੇ ਲਾਹੌਰ ਸਾਜ਼ਿਸ਼ ਮੁਕੱਦਮੇ ਦਾ ਫੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ, ਜਿਸ ਵਿੱਚ 61 ਗਦਰੀਆਂ 'ਚੋਂ 24 ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਡੰਡੀ ਭਾਰਤੀਆਂ ਵੱਲੋਂ ਇਸ ਦੀ ਵਿਆਪਕ ਵਿਰੋਧਤਾ ਨੂੰ ਦੇਖਦਿਆਂ ਵਾਇਸਰਾਏ ਲਾਰਡ ਹਾਰਡਿੰਗ 1910 ਤੋਂ 1916 ਨੇ ਉਨ੍ਹਾਂ ਵਿੱਚੋਂ 17 ਦੇਸ਼ ਭਗਤਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਕੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਕਾਲੇ ਪਾਣੀ ਭੇਜ ਦਿੱਤਾ। ਉਹਨਾਂ ਵਿੱਚੋਂ ਬਾਬਾ ਭਕਨਾ ਇੱਕ ਸਨ। ਡੰਡੀ ਬਾਕੀ 7 ਦੇਸ਼ ਭਗਤਾਂ ਨੂੰ 16 ਨਵੰਬਰ 1915 ਨੂੰ ਫਾਂਸੀ ਦਿੱਤੀ ਗਈ। ਡੰਡੀ ਇਹਨਾਂ ਵਿੱਚ 19 ਸਾਲਾਂ ਦਾ ਕਰਤਾਰ ਸਿੰਘ ਸਰਾਭਾ ਅਤੇ 22 ਸਾਲ ਦਾ ਵਿਸ਼ਨੂੰ ਗਣੇਸ਼ ਪਿੰਗਲੇ ਵੀ ਸ਼ਾਮਲ ਸੀ। ਡੰਡੀ ਇਸ ਦੇ ਨਾਲ ਜੁੜਵੇਂ ਲਾਹੌਰ ਸਾਜ਼ਿਸ਼ ਮੁਕੱਦਮੇ ਦਾ ਫੈਸਲਾ 30 ਮਾਰਚ 1916 ਨੂੰ ਸੁਣਾਇਆ ਗਿਆ, ਜਿਸ ਵਿੱਚ 102 ਗਦਰੀਆਂ ਵਿੱਚੋਂ 5 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਡੰਡੀ ਅੱਜ ਦੇਸ਼ ਦੀ ਅਜੋਕੀ ਨੌਜਵਾਨ ਪੀੜ੍ਹੀ ਨੂੰ
ਗਦਰੀ ਦੇਸ਼ ਭਗਤਾਂ ਦੀ ਵਿਚਾਰਧਾਰਾ ਦੇ ਦਰਸ਼ਨ ਕਰਾਉਣਾ ਅਜੋਕੇ ਸਮੇਂ ਦੀ ਮੁੱਖ ਜ਼ਰੂਰਤ ਬਣਦਾ ਜਾ ਰਿਹਾ ਹੈ। ਡੰਡੀ ਇਹਨਾਂ ਸ਼ਹੀਦਾਂ ਦੀ ਸੋਚ ਦੇ ਉਲਟ ਅੱਜ ਹਰ ਅਲਾਮਤ ਦੇਸ਼ ਵਿੱਚ ਪੈਰ ਪਸਾਰ ਚੁੱਕੀ ਹੈ। ਡੰਡੀ ਭਾਰਤ ਨੂੰ ਫਿਰ ਤੋਂ ਇੱਕ ਸਮੂਹਿਕ ਲਹਿਰ ਦੀ ਲੋੜ ਹੈ ਜੋ ਦੇਸ਼ ਵਿੱਚ ਹੁੰਦੇ ਜਾਤੀ ਤੇ ਨਸਲੀ ਵਿਤਕਰੇ, ਘੱਟ ਗਿਣਤੀ ਤੇ ਬਹੁਗਿਣਤੀ ਦੇ ਪਾੜੇ ਨਸ਼ਿਆਂ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ। ਬੀ ਰੈਡੀ ਸਟਾਰਟ। ਦੇਸ਼ ਨੂੰ ਆਜ਼ਾਦ ਹੋਇਆਂ 73 ਵਰ੍ਹੇ ਹੋ ਗਏ ਹਨ। ਡੰਡੀ ਸਿਆਸਤਦਾਨਾਂ ਦੇ ਨਿੱਜੀ ਹਿੱਤਾਂ ਕਾਰਨ ਜਿੱਥੇ ਉਹਨਾਂ ਦੀ ਜਾਇਦਾਦ ਵਿੱਚ 100% ਤੋਂ ਵੀ ਕਿਤੇ ਵੱਧ ਚੱਲ ਅਤੇ ਅਚਲ ਜਾਇਦਾਦ ਦਾ ਵਾਧਾ ਹੋਇਆ ਹੈ, ਉੱਥੇ ਭਾਰਤੀ ਨਾਗਰਿਕਾਂ ਨੇ ਭੁੱਖ, ਖਾਲੀ ਜੇਬ ਅਤੇ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਆਪਣੀਆਂ ਰੀਝਾਂ ਨੂੰ ਛਿਕਲੀ ਪਾ ਕੇ ਜੀਵਨ ਬਤੀਤ ਕੀਤਾ ਹੈ। ਡੰਡੀ ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ 5 ਸਾਲ ਬਾਅਦ ਹੁੰਦੀ ਹੈ। ਡੰਡੀ 4 ਸਾਲ 11 ਮਹੀਨੇ ਆਗੂ ਆਪਣੇ ਬੰਗਲਿਆਂ ਵਿੱਚ ਰਹਿ ਕੇ ਜੋੜ ਤੋੜ ਦੀ ਨੀਤੀ ਕਰਦੇ ਰਹਿੰਦੇ ਹਨ। ਡੰਡੀ ਬਿਮਾਰ ਹੋਣ 'ਤੇ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦਾ ਇਲਾਜ ਰਾਸ ਨਹੀਂ ਆਉਂਦਾ। ਡੰਡੀ ਪਬਲਿਕ ਤੋਂ ਉਗਰਾਹੇ ਟੈਕਸ ਦੇ ਸਿਰ 'ਤੇ ਉਹ ਵਿਦੇਸ਼ਾਂ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਡੰਡੀ ਲੱਖਾਂ ਰੁਪਏ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਹੱਥੋਂ ਹੱਥ ਹੋ ਜਾਂਦੀ ਹੈ। ਡੰਡੀ ਦੂਜੇ ਪਾਸੇ ਪੰਜਾਬ ਦੇ 87-88 ਵਿਅਕਤੀਆਂ ਪਿੱਛੇ ਇੱਕ ਡਾਕਟਰ ਆਉਂਦਾ ਹੈ। ਡੰਡੀ ਪਿੰਡਾਂ ਵਿੱਚ ਕਦੇ ਕਦਾਈ ਹੀ ਡਾਕਟਰ ਸਰਕਾਰੀ ਡਿਸਪੈਂਸਰੀ ਵਿੱਚ ਗੇੜਾ ਮਾਰਦਾ ਹੈ ਅਤੇ ਲੋਕ ਡਾਕਟਰ ਦੀ ਪਛਾਣ ਬੁੱਧਵਾਰ ਵਾਲਾ ਡਾਕਟਰ ਵਜੋਂ ਕਰਦੇ ਹਨ। ਡੰਡੀ ਹਾਂ, ਲੋਕਾਂ ਦੀ ਸੇਵਾ ਲਈ ਉਹਨਾਂ ਨੂੰ ਮਾਨਸਿਕ, ਸਰੀਰਕ, ਆਰਥਿਕ ਅਤੇ ਬੌਧਿਕ ਪੱਧਰ ਤੋਂ ਖੁੰਗਲ ਕਰਨ ਲਈ ਸ਼ਰਾਬ ਦਾ ਠੇਕਾ 24 ਘੰਟੇ ਖੁੱਲ੍ਹਾ ਰਹਿੰਦਾ ਹੈ। ਡੰਡੀ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਲੀਡਰ ਜਨਤਾ ਦੇ ਸੇਵਕ ਉਹਨਾਂ ਦੇ ਹਮਦਰਦ ਵਜੋਂ ਵਿਕਾਸ ਪੁਰਸ਼ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਕੇ ਲੋਕਾਂ ਦੀਆਂ ਵੋਟਾਂ ਬਟੋਰਨ ਦਾ ਯਤਨ ਕਰਦੇ ਹਨ। ਡੰਡੀ ਉਸ ਵੇਲੇ ਉਹ ਉੱਥੇ ਵੀ ਪੁਲ ਉਸਾਰਨ ਦਾ ਦਾਅਵਾ ਕਰਦੇ ਹਨ ਜਿੱਥੇ ਨੇੜੇ ਤੇੜੇ ਕੋਈ ਨਦੀ ਜਾਂ ਰਜਵਾਹਾ ਵੀ ਨਹੀਂ ਹੁੰਦਾ। ਡੰਡੀ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤੇ ਰਾਜ ਸੱਤਾ ਦੀ ਪੌੜੀ ਦੇ ਸਿਖਰਲੇ ਡੰਡੇ 'ਤੇ ਪੁੱਜਣ ਲਈ ਉਹ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਵੱਲ ਖਿੱਚਦੇ ਹਨ। ਡੰਡੀ ਸਿਲੰਡਰ, ਭਾਂਡੇ, ਸਾਈਕਲ, ਸ਼ਰਾਬ, ਔਰਤਾਂ ਲਈ ਸੂਟ, ਸਿਲਾਈ ਮਸ਼ੀਨਾਂ, ਨਗਦੀ ਆਦਿ ਲਾਲਚ ਦੇ ਕੇ ਉਹ ਆਪਣਾ ਵੋਟ ਬੈਂਕ ਮਜ਼ਬੂਤ ਕਰਦੇ ਹਨ। ਡੰਡੀ ਅਗਾਂਹ ਲੋਕਾਂ ਨੂੰ ਵੀ ਇਹ ਗਿਆਨ ਹੋ ਗਿਆ ਹੈ ਕਿ ਸੜਿਹਾਂਦ ਮਾਰਦੀ ਸਿਆਸਤ ਵਿੱਚ ਇਹਨਾਂ ਨੇ ਰੱਜ ਕੇ ਲੁੱਟ ਮਚਾਈ ਹੈ। ਡੰਡੀ ਜਿਹੜਾ ਕੁਝ ਦਿੰਦੇ ਨੇ ਲੈ ਲਵੋ। ਡੰਡੀ ਜਾਂਦੇ ਚੋਰ ਦੀ ਲੰਗੋਟੀ ਸਹੀ। ਡੰਡੀ ਉਂਝ ਵੀ ਲੋਕਾਂ ਦਾ ਯਕੀਨ ਬਣ ਚੁੱਕਿਆ ਹੈ ਕਿ ਜਿਹਨੂੰ ਮਰਜ਼ੀ ਵੋਟ ਪਾਈਏ, ਸਾਡਾ ਇਹਨਾਂ ਨੇ ਕੱਖ ਨਹੀਂ ਸੰਵਾਰਨਾ। ਡੰਡੀ ਪੈਰਾ ਚੇਂਜ। ਦਰਅਸਲ ਲੋਕਤੰਤਰ ਦੀ ਪਛਾਣ ਜਾਇਦਾਦ ਅਤੇ ਦਬਦਬੇ ਵਾਲਿਆਂ ਦੀ ਹਕੂਮਤ ਨਾਲ ਨਹੀਂ ਹੁੰਦੀ, ਸਗੋਂ ਪ੍ਰਤਿਭਾਸ਼ੀਲ ਲੋਕਾਂ ਦੇ ਦੁੱਖਾਂ ਨੂੰ ਆਪਣੇ ਮਨ ਦੇ ਪਿੰਡੇ 'ਤੇ ਹੰਢਾਉਣ ਵਾਲਿਆਂ ਨੂੰ ਹਕੂਮਤ ਦੇਣ ਵਿੱਚ ਹੁੰਦੀ ਹੈ। ਡੰਡੀ ਭਲਾ
ਇਸ ਕਸਵੱਟੀ ਤੇ ਸਾਡਾ ਪ੍ਰਾਂਤ ਅਤੇ ਦੇਸ਼ ਕਿੰਨਾ ਕੁ ਪੂਰਾ ਉਤਰਦਾ ਹੈ? ਪ੍ਰਸ਼ਨ ਚਿੰਨ੍ਹ। ਲਾਰਿਆਂ, ਵਾਅਦਿਆਂ ਅਤੇ ਹਵਾਈ ਕਿਲੇ ਉਸਾਰਨ ਦੀ ਨੀਤੀ ਨਾਲ ਜਿੱਥੇ ਲੋਕਾਂ ਦੇ ਆਜ਼ਾਦੀ ਪ੍ਰਤੀ ਸੁਪਨੇ ਚਕਨਾਚੂਰ ਹੋਏ ਹਨ, ਉੱਥੇ ਗਰੀਬੀ ਰੇਖਾ ਅਤੇ ਵਿਕਾਸ ਦਰ ਦੋਨਾਂ ਦਾ ਗਰਾਫ ਹੇਠਾਂ ਹੀ ਗਿਆ ਹੈ। ਡੰਡੀ। ਆਜ਼ਾਦੀ ਪ੍ਰਾਪਤ ਕਰਨ ਲਈ ਕੁੱਲ 127 ਸ਼ਹੀਦਾਂ ਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ। ਡੰਡੀ। ਇਨ੍ਹਾਂ ਵਿੱਚੋਂ 94 ਪੰਜਾਬੀ ਸਨ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 90 ਸ਼ਬਦ ਪ੍ਰਤੀ ਮਿੰਟ। ਬੀ ਰੈਡੀ। ਸਟਾਰਟ। ਸਰਕਾਰ ਅਤੇ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਬੇਨਤੀ ਹੈ ਕਿ ਲਾਇਬ੍ਰੇਰੀਆਂ ਦੇ ਦਰਵਾਜ਼ੇ ਖੋਲ੍ਹੋ। ਲਾਇਬ੍ਰੇਰੀਆਂ ਦੀਆਂ ਮੈਂਬਰਸ਼ਿਪਾਂ ਬਹੁਤ ਮਹਿੰਗੀਆਂ ਨੇ। ਡੰਡੀ। ਜੇ ਵਿਚਾਰਾਂ ਨੂੰ ਨਵੀਨਤਾ ਦੇਣੀ ਹੈ, ਸੱਭਿਅਕ ਸਮਾਜ ਦੀ ਉਸਾਰੀ ਕਰਨੀ ਹੈ, ਢੋਰੇ ਤੋਂ ਬਚਾਉਣਾ ਹੈ, ਤਾਂ ਲਾਇਬ੍ਰੇਰੀਆਂ ਦੇ ਦਰਵਾਜ਼ੇ ਖੋਲ੍ਹਣੇ ਪੈਣਗੇ। ਡੰਡੀ। ਨਹੀਂ ਤਾਂ ਜਿਹੜੀ ਹਵਾ ਸੂਬੇ ਵਿੱਚ ਚੱਲ ਰਹੀ ਹੈ, ਸਣੇ ਬੀਬੀਆਂ ਹੱਥਾਂ ਵਿੱਚ ਤਬਾਹਕੁਨ ਵਸਤੂਆਂ ਆਉਣ ਲਈ ਬਹੁਤਾ ਵਕਤ ਨਹੀਂ ਲੱਗਣਾ, ਕਿਉਂਕਿ ਸਮਾਜ ਦਾ ਬੇੜਾ ਗਰਕ ਕਰਨ ਵਾਲੇ ਕਾਰਕੁਨ ਬਿਨਾਂ ਕਿਸੇ ਮੈਂਬਰਸ਼ਿਪ ਦੇ ਹੱਥਾਂ ਵਿੱਚ ਹਥਿਆਰ ਫੜਾ ਕੇ ਸਿਰੇ ਦੇ ਨਸ਼ਈ ਬਣਾਉਣ ਲਈ ਕਾਲੇ ਬੈਠੇ ਹਨ। ਡੰਡੀ। ਘਰ ਵਿੱਚ ਮਾਂ-ਬਾਪ ਨੇ ਬੱਚੇ ਨੂੰ ਰੋਟੀ ਦੇਣ ਲਈ ਕਦੇ ਵੀ ਕਿਸੇ ਬੇਨਤੀ ਪੱਤਰ ਜਾਂ ਮੈਂਬਰਸ਼ਿਪ ਕਾਰਡ ਦੀ ਮੰਗ ਨਹੀਂ ਕੀਤੀ। ਡੰਡੀ। ਫਿਰ ਯੂਨੀਵਰਸਿਟੀਆਂ ਵਰਗੇ ਵੱਡੇ ਸਿੱਖਿਆ ਅਦਾਰਿਆਂ ਨੂੰ ਆਪਣੇ ਉਹ ਵਿਦਿਆਰਥੀ ਜੋ ਸਿੱਖਿਆ ਪੂਰੀ ਕਰ ਚੁੱਕੇ ਹਨ, ਉਹਨਾਂ ਲਈ ਬੇਭਰੋਸਗੀ ਕਿਵੇਂ ਪੈਦਾ ਹੋ ਗਈ? ਪ੍ਰਸ਼ਨ ਚਿੰਨ੍ਹ। BA, MA, MPhil, PhD ਤੱਕ ਦੀ ਪੜ੍ਹਾਈ ਬਹੁਤ ਸਾਰੀਆਂ ਫੀਸਾਂ ਦੀ ਅਦਾਇਗੀ ਨਾਲ ਪੂਰੀ ਕੀਤੀ ਜਾਂਦੀ ਹੈ। ਡੰਡੀ। ਇਹਨਾਂ ਸਭ ਕਰਨ ਦੇ ਬਾਅਦ ਵੀ ਜੇ ਤੁਸੀਂ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਜਾਣਾ ਹੈ, ਤਾਂ ਫਿਰ ਤੋਂ ਤੁਹਾਨੂੰ ਹਜ਼ਾਰਾਂ ਰੁਪਈਆਂ ਵਿੱਚ ਮੈਂਬਰਸ਼ਿਪ ਫੀਸ ਦੀ ਅਦਾਇਗੀ ਕਰਨ ਪਿੱਛੋਂ ਹੀ ਲਾਇਬ੍ਰੇਰੀ ਦਾ ਦਰਵਾਜ਼ਾ ਲੰਘਣ ਦਿੱਤਾ ਜਾਂਦਾ ਹੈ। ਡੰਡੀ। ਪੈਰਾ ਚੇਂਜ। ਬੇਰੁਜ਼ਗਾਰੀ ਦੇ ਝੰਬੇ ਵਿਦਿਆਰਥੀ ਮਾਂ ਮਹੇਟਰਾਂ ਵਾਂਗ ਦਰਬਦਰ ਭਟਕਦੇ ਹਨ। ਡੰਡੀ। ਭਲੇ ਸਮਿਆਂ ਵਿੱਚ ਭਰਤੀ ਕੀਤੇ ਕੁਰਸੀ 'ਤੇ ਬੈਠੀਆਂ ਨਕਲੀ ਕਲਾਸ ਅਫਸਰ ਬਿਨਾਂ ਮੈਂਬਰਸ਼ਿਪ ਕਾਰਡ ਵਿਦਿਆਰਥੀਆਂ ਨੂੰ ਲਾਇਬ੍ਰੇਰੀਆਂ ਵਿੱਚੋਂ ਠਿੱਠ ਕਰਕੇ ਬਾਹਰ ਕੱਢਣ ਵਿੱਚ ਕੋਈ ਕਸਰ ਨਹੀਂ ਛੱਡਦੇ। ਡੰਡੀ। ਇਹ ਕੁਰਸੀਆਂ ਉੱਪਰ ਬੈਠ ਕੇ ਨਿੱਜੀ ਰੰਜਿਸ਼ਾਂ ਕੱਢਣ ਵਿੱਚ ਮਸ਼ਰੂਫ ਹਨ। ਡੰਡੀ। ਲਾਇਬ੍ਰੇਰੀਆਂ ਵਿੱਚ ਰਹਿੰਦਿਆਂ ਇਹਨਾਂ ਦੇ ਤੰਗ ਦਿਮਾਗਾਂ ਨੂੰ ਜੰਗ ਲੱਗਾ ਹੋਇਆ ਹੈ। ਡੰਡੀ। ਮੇਰੇ ਅਤੇ ਮੇਰੇ ਵਰਗੇ ਕਈ ਹੋਰ ਵਿਦਿਆਰਥੀਆਂ ਕੋਲ 5-10 ਹਜ਼ਾਰ ਰੁਪਈਏ ਨਹੀਂ ਹਨ ਮੈਂਬਰਸ਼ਿਪ ਲੈਣ ਲਈ। ਡੰਡੀ। ਬੇਰੁਜ਼ਗਾਰੀ ਦੇ ਮਾਰਿਆਂ ਨੂੰ ਇੰਨੇ ਪੈਸੇ ਦੇਖਣੇ ਨਸੀਬ ਨਹੀਂ ਹੁੰਦੇ ਤੇ ਫਿਰ ਮੈਂਬਰਸ਼ਿਪ। ਡੰਡੀ। ਅਫਸਰਾਂ ਦਾ ਕਹਿਣਾ ਹੈ ਇੰਨੇ ਪੈਸੇ ਖਰਚਣ ਤੋਂ ਬਾਅਦ ਹੀ ਸਾਨੂੰ ਲਾਇਬ੍ਰੇਰੀਆਂ ਵਿੱਚ ਇੱਜ਼ਤ ਨਾਲ ਬੈਠ ਕੇ ਪੜ੍ਹਨ ਦਿੱਤਾ ਜਾਵੇਗਾ। ਡੰਡੀ। ਬਿਨਾਂ ਮੈਂਬਰਸ਼ਿਪ ਲਾਇਬ੍ਰੇਰੀਆਂ ਵਿੱਚ ਬੈਠਿਆਂ ਨੂੰ ਵੀ ਉਠਾ ਦਿੱਤਾ ਜਾਂਦਾ ਹੈ। ਡੰਡੀ। ਮਹਿਸੂਸ ਹੁੰਦਾ ਹੈ ਕਿ ਅਹੁਦਿਆਂ 'ਤੇ ਬੈਠੇ ਅਫਸਰ ਹੱਥਾਂ ਵਿੱਚੋਂ ਕਲਮਾਂ ਖੋਹ ਕੇ ਮਾਰੂ ਵਸਤੂਆਂ ਫੜਾਉਣ ਲਈ ਤਿਆਰ ਬੈਠੇ ਹਨ। ਡੰਡੀ। ਇਸ ਪਾਸੇ ਧਿਆਨ ਦੇਣਾ ਪਵੇਗਾ, ਕਿਉਂਕਿ ਦਾਲ ਨੂੰ ਤਾਂ ਨਿੱਕਾ ਜਿਹਾ ਢੋਰਾ ਖੋਖਲਾ ਕਰ ਦਿੰਦਾ ਹੈ। ਡੰਡੀ। ਨੌਜਵਾਨ ਪੀੜ੍ਹੀ ਨੂੰ ਤਾਂ ਕਈ ਕਿਸਮਾਂ ਦੇ ਢੋਰੇ ਖੋਖਲੇ ਕਰਨ ਲਈ ਬਾਹਾਂ ਖਿਲਾਰੀ ਆਪਣੇ ਵੱਲ ਆਵਾਜ਼ਾਂ ਮਾਰ ਰਹੇ ਹਨ। ਡੰਡੀ। ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ
ਵਿਅਕਤੀਗਤ ਵਿਕਾਸ ਲਈ ਕਈ ਨਵੇਂ ਕੋਰਸ ਚਲਾਏ ਜਾ ਰਹੇ ਹਨ। ਡੰਡੀ ਖੋਜ ਨੂੰ ਉੱਚੀ ਅਤੇ ਮਿਆਰੀ ਬਣਾਉਣ ਲਈ ਪਹਿਲ ਕਦਮੀਆਂ ਕਰਕੇ ਨਵੀਆਂ ਯੋਜਨਾਵਾਂ ਨੂੰ ਸਿਰੇ ਚੜ੍ਹਾਇਆ ਜਾ ਰਿਹਾ ਹੈ। ਡੰਡੀ ਸਰਕਾਰ ਵੀ ਸੱਭਿਅਕ ਸਮਾਜ ਦੀ ਉਸਾਰੀ ਹਿੱਤ ਲਈ ਕਾਰਜ ਆਰੰਭੀ ਖੜੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਵਿੱਚ ਨਵਾਂ ਉਤਸ਼ਾਹ ਭਰਿਆ ਜਾਵੇ। ਡੰਡੀ ਸਮਾਜ ਵਿੱਚ ਰਹਿੰਦਿਆਂ ਵਿਚਾਰਾਂ ਵਿੱਚ ਨਵੀਨਤਾ ਲਿਆਉਣੀ ਵੀ ਬੇਹੱਦ ਜ਼ਰੂਰੀ ਹੈ। ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 85 to 90 words per minute। ਬੀ ਰੈਡੀ। ਸਟਾਰਟ। ਸੰਸਦ ਦੇ 18 ਜੁਲਾਈ ਨੂੰ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਤੋਂ ਪਹਿਲਾਂ ਲੋਕ ਸਭਾ ਸਕੱਤਰੇਤ ਨੇ ਕਿਤਾਬਚਾ ਜਾਰੀ ਕਰਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਹਿਸ ਦੌਰਾਨ ਕਈ ਅਜਿਹੇ ਸ਼ਬਦਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਨੂੰ ਗੈਰ ਪਾਰਲੀਮਾਨੀ ਕਿਹਾ ਗਿਆ ਹੈ। ਡੰਡੀ ਇਹਨਾਂ ਸ਼ਬਦਾਂ ਦਾ ਵੱਡਾ ਹਿੱਸਾ ਪਹਿਲਾਂ ਗੈਰ ਪਾਰਲੀਮਾਨੀ ਵਰਗ ਦੇ ਦਾਇਰੇ ਵਿੱਚ ਨਹੀਂ ਸੀ ਆਉਂਦਾ। ਡੰਡੀ ਇਸ ਦੇ ਅਰਥ ਇਹ ਹਨ ਕਿ ਜੇ ਕੋਈ ਮੈਂਬਰ ਇਹ ਸ਼ਬਦ ਬੋਲੇਗਾ ਤਾਂ ਉਹਨਾਂ ਨੂੰ ਰਿਕਾਰਡ ਵਿੱਚੋਂ ਕੱਢ ਦਿੱਤਾ ਜਾਵੇਗਾ। ਡੰਡੀ ਇਹਨਾਂ ਸ਼ਬਦਾਂ ਦੀ ਲੰਮੀ ਸੂਚੀ ਵਿੱਚੋਂ ਕੁਝ ਸ਼ਬਦ ਇਹ ਹਨ: ਚਮਚਾ, ਚਮਚਾਗਿਰੀ, ਦੋਗਲਾ, ਜੁਮਲਾ ਜੀਵੀ, ਬਾਲ ਬੁੱਧੀ, ਕੋਵਿਡ ਸਪਰੈਡਰ, ਤਾਨਾਸ਼ਾਹੀ, ਵਿਨਾਸ਼, ਪੁਰਸ਼, ਅਨਾਰਕਿਸਟ, ਸ਼ਕੁਨੀ, ਤਾਨਾਸ਼ਾਹ, ਢਿੰਡੋਰਾ ਪਿੱਟਣਾ, ਬਹਿਰੀ ਸਰਕਾਰ, ਭ੍ਰਿਸ਼ਟ, ਧੋਖੇਬਾਜ਼, ਡਰਾਮਾ, ਅਯੋਗ, ਗਦਾਰ, ਗਿਰਗਿਟ, ਘੜਿਆਲੀ ਹੰਝੂ, ਅਸੱਤਿਆ, ਹੰਕਾਰ, ਕਾਲਾ ਦਿਨ, ਕਾਲਾ ਬਾਜ਼ਾਰ, ਖਰੀਦੋ ਫਰੋਖਤ, ਦੰਗਾ, ਦਲਾਲ, ਦਾਦਾਗਿਰੀ, ਬਚਕਾਨਾ ਹਰਕਤ, ਚੇਲਾ ਆਦਿ। ਡੰਡੀ ਵਿਰੋਧੀ ਧਿਰ ਨੇ ਇਸ ਨੂੰ ਜ਼ਬਾਨਬੰਦੀ ਦਾ ਨਾਮ ਦਿੱਤਾ ਹੈ। ਡੰਡੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਅੰਦਰ ਬਹਿਸ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਡੰਡੀ ਇਜਲਾਸਾਂ ਦਾ ਸਮਾਂ ਘਟਣ 'ਤੇ ਵੀ ਚਿੰਤਾ ਜਤਾਈ ਜਾਂਦੀ ਰਹੀ ਹੈ। ਡੰਡੀ ਸਪੀਕਰਾਂ ਅਤੇ ਚੇਅਰਮੈਨਾਂ ਦੀਆਂ ਕਾਨਫਰੰਸਾਂ ਸੈਸ਼ਨਾਂ ਦੀ ਮਿਆਦ ਵਧਾਉਣ ਦੀ ਸਿਫਾਰਿਸ਼ ਕਰਦੀਆਂ ਰਹੀਆਂ ਹਨ। ਡੰਡੀ ਸੰਸਦ ਜਮਹੂਰੀਅਤ ਦੀ ਸਭ ਤੋਂ ਵੱਡੀ ਸੰਸਥਾ ਹੈ ਜਿੱਥੇ ਭਾਸ਼ਾ ਦੀ ਵਰਤੋਂ ਮਰਿਆਦਾ ਅਨੁਸਾਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਡੰਡੀ ਕਾਨੂੰਨਾਂ, ਮਤਿਆਂ ਅਤੇ ਆਪੋ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਨਿੱਠ ਕੇ ਬਹਿਸ ਹੋਣ ਦੀ ਬਜਾਏ ਵਿਰੋਧੀ ਪਾਰਟੀਆਂ ਦੀ ਆਵਾਜ਼ ਨਾ ਸੁਣਨ ਦਾ ਵਰਤਾਰਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਡੰਡੀ ਨਿਯਮਾਂ ਅਨੁਸਾਰ ਹਰ ਮੈਂਬਰ ਨੂੰ ਸਦਨ ਵਿੱਚ ਆਪਣੀ ਗੱਲ ਕਹਿਣ ਵਾਸਤੇ ਕਈ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹੁੰਦੇ ਹਨ। ਡੰਡੀ ਸਦਨ ਦੇ ਅੰਦਰ ਬੋਲੇ ਗਏ ਸ਼ਬਦਾਂ ਜਾਂ ਕੀਤੀਆਂ ਟਿੱਪਣੀਆਂ ਕਰਕੇ ਕਿਸੇ ਮੈਂਬਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਡੰਡੀ ਲੋਕ ਸਭਾ ਸਕੱਤਰੇਤ ਦੇ ਕਿਤਾਬਚੇ ਕਾਰਨ ਇਹ ਪ੍ਰਭਾਵ ਜਾਂਦਾ ਹੈ ਕਿ ਸਰਕਾਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਦੀ ਧਾਰ ਨੂੰ ਖੁੰਡਾ ਕਰਨਾ ਚਾਹੁੰਦੀ ਹੈ। ਡੰਡੀ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕਈ ਹੋਰ ਆਗੂਆਂ ਦਾ ਇਹ ਪੁੱਛਣਾ ਵਾਜਿਬ ਹੈ ਕਿ ਤਜਵੀਜ਼ ਕੀਤੇ ਗਏ ਸ਼ਬਦ ਕਿਸ ਤਰ੍ਹਾਂ ਗੈਰ ਪਾਰਲੀਮਾਨੀ ਹਨ ਅਤੇ ਕਿਸ ਪਰਿਭਾਸ਼ਾ ਤਹਿਤ ਗੈਰ ਪਾਰਲੀਮਾਨੀ ਮੰਨੇ ਗਏ ਹਨ। ਡੰਡੀ ਬਹੁਤ ਸਾਰੇ ਮੁਹਾਵਰੇ ਅਤੇ ਕਹਾਵਤਾਂ ਨਿੱਜੀ ਨਹੀਂ ਬਲਕਿ ਖਾਸ ਘਟਨਾਵਾਂ ਅਤੇ ਵਰਤਾਰਿਆਂ ਲਈ ਸਦੀਆਂ ਤੋਂ ਵਰਤੀਆਂ ਜਾਂਦੀਆਂ ਰਹੀਆਂ ਹਨ। ਡੰਡੀ ਭਾਜਪਾ ਦੇ ਆਗੂ ਲੋਕ ਅੰਦੋਲਨ ਦੇ ਆਗੂਆਂ ਲਈ ਅੰਦੋਲਨਜੀਵੀ, ਮਾਓਵਾਦੀ, ਸ਼ਹਿਰੀ ਨਕਸਲੀ, ਟੁਕੜੇ ਗੈਂਗ ਵਰਗੇ ਸ਼ਬਦ ਵਰਤਦੇ ਹਨ। ਡੰਡੀ ਸੰਸਦ ਵਿੱਚ ਵਰਤੀ ਜਾਂਦੀ ਭਾਸ਼ਾ ਤੇ ਲੱਗ ਰਹੀਆਂ
ਪਾਬੰਦੀਆਂ ਨੂੰ ਸਮਾਜ ਅੰਦਰ ਪੈਦਾ ਕੀਤੀ ਜਾ ਰਹੀ ਅਸਹਿਣਸ਼ੀਲਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੰਡੀ ਜਮਹੂਰੀਅਤ ਵਿੱਚ ਵਿਚਾਰ ਪ੍ਰਗਟਾਵੇ ਦਾ ਸੰਵਿਧਾਨਿਕ ਅਧਿਕਾਰ ਬੇਹੱਦ ਮਹੱਤਵਪੂਰਨ ਹੈ। ਡੰਡੀ ਸ਼ਬਦਾਵਲੀ ਦੀ ਵਰਤੋਂ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 85 to 90 words per minute be ready start। ਸੰਸਦ ਦੇ 18 ਜੁਲਾਈ ਨੂੰ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਤੋਂ ਪਹਿਲਾਂ ਲੋਕ ਸਭਾ ਸਕੱਤਰੇਤ ਨੇ ਕਿਤਾਬਚਾ ਜਾਰੀ ਕਰਕੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਹਿਸ ਦੌਰਾਨ ਕਈ ਅਜਿਹੇ ਸ਼ਬਦਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਨੂੰ ਗੈਰ ਪਾਰਲੀਮਾਨੀ ਕਿਹਾ ਗਿਆ ਹੈ। ਡੰਡੀ ਇਹਨਾਂ ਸ਼ਬਦਾਂ ਦਾ ਵੱਡਾ ਹਿੱਸਾ ਪਹਿਲਾਂ ਗੈਰ ਪਾਰਲੀਮਾਨੀ ਵਰਗ ਦੇ ਦਾਇਰੇ ਵਿੱਚ ਨਹੀਂ ਸੀ ਆਉਂਦਾ। ਡੰਡੀ ਇਸ ਦੇ ਅਰਥ ਇਹ ਹਨ ਕਿ ਜੇ ਕੋਈ ਮੈਂਬਰ ਇਹ ਸ਼ਬਦ ਬੋਲੇਗਾ ਤਾਂ ਉਹਨਾਂ ਨੂੰ ਰਿਕਾਰਡ ਵਿੱਚੋਂ ਕੱਢ ਦਿੱਤਾ ਜਾਵੇਗਾ। ਡੰਡੀ ਇਹਨਾਂ ਸ਼ਬਦਾਂ ਦੀ ਲੰਮੀ ਸੂਚੀ ਵਿੱਚੋਂ ਕੁਝ ਸ਼ਬਦ ਇਹ ਹਨ: ਚਮਚਾ, ਚਮਚਾਗਿਰੀ, ਦੋਗਲਾ, ਜੁਮਲਾ ਜੀਵੀ, ਬਾਲ ਬੁੱਧੀ, ਕੋਵਿਡ ਸਪਰੈਡਰ, ਤਾਨਾਸ਼ਾਹੀ, ਵਿਨਾਸ਼, ਪੁਰਸ਼, ਅਨਾਰਕਿਸਟ, ਸ਼ਕੁਨੀ, ਤਾਨਾਸ਼ਾਹ, ਢਿੰਡੋਰਾ ਪਿੱਟਣਾ, ਬਹਿਰੀ ਸਰਕਾਰ, ਭ੍ਰਿਸ਼ਟ, ਧੋਖੇਬਾਜ਼, ਡਰਾਮਾ, ਅਯੋਗ, ਗਦਾਰ, ਗਿਰਗਿਟ, ਘੜਿਆਲੀ ਹੰਝੂ, ਅਸੱਤਿਆ, ਹੰਕਾਰ, ਕਾਲਾ ਦਿਨ, ਕਾਲਾ ਬਾਜ਼ਾਰ, ਖਰੀਦੋ ਫਰੋਖਤ, ਦੰਗਾ, ਦਲਾਲ, ਦਾਦਾਗਿਰੀ, ਬਚਕਾਨਾ ਹਰਕਤ, ਚੇਲਾ ਆਦਿ। ਡੰਡੀ ਵਿਰੋਧੀ ਧਿਰ ਨੇ ਇਸ ਨੂੰ ਜ਼ਬਾਨਬੰਦੀ ਦਾ ਨਾਮ ਦਿੱਤਾ ਹੈ। ਡੰਡੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਅੰਦਰ ਬਹਿਸ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਡੰਡੀ ਇਜਲਾਸਾਂ ਦਾ ਸਮਾਂ ਘਟਣ 'ਤੇ ਵੀ ਚਿੰਤਾ ਜਤਾਈ ਜਾਂਦੀ ਰਹੀ ਹੈ। ਡੰਡੀ ਸਪੀਕਰਾਂ ਅਤੇ ਚੇਅਰਮੈਨਾਂ ਦੀਆਂ ਕਾਨਫਰੰਸਾਂ ਸੈਸ਼ਨਾਂ ਦੀ ਮਿਆਦ ਵਧਾਉਣ ਦੀ ਸਿਫਾਰਿਸ਼ ਕਰਦੀਆਂ ਰਹੀਆਂ ਹਨ। ਡੰਡੀ ਸੰਸਦ ਜਮਹੂਰੀਅਤ ਦੀ ਸਭ ਤੋਂ ਵੱਡੀ ਸੰਸਥਾ ਹੈ ਜਿੱਥੇ ਭਾਸ਼ਾ ਦੀ ਵਰਤੋਂ ਮਰਿਆਦਾ ਅਨੁਸਾਰ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਡੰਡੀ ਕਾਨੂੰਨਾਂ, ਮਤਿਆਂ ਅਤੇ ਆਪੋ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਨਿੱਠ ਕੇ ਬਹਿਸ ਹੋਣ ਦੀ ਬਜਾਏ ਵਿਰੋਧੀ ਪਾਰਟੀਆਂ ਦੀ ਆਵਾਜ਼ ਨਾ ਸੁਣਨ ਦਾ ਵਰਤਾਰਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਡੰਡੀ ਨਿਯਮਾਂ ਅਨੁਸਾਰ ਹਰ ਮੈਂਬਰ ਨੂੰ ਸਦਨ ਵਿੱਚ ਆਪਣੀ ਗੱਲ ਕਹਿਣ ਵਾਸਤੇ ਕਈ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹੁੰਦੇ ਹਨ। ਡੰਡੀ ਸਦਨ ਦੇ ਅੰਦਰ ਬੋਲੇ ਗਏ ਸ਼ਬਦਾਂ ਜਾਂ ਕੀਤੀਆਂ ਟਿੱਪਣੀਆਂ ਕਰਕੇ ਕਿਸੇ ਮੈਂਬਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਡੰਡੀ ਲੋਕ ਸਭਾ ਸਕੱਤਰੇਤ ਦੇ ਕਿਤਾਬਚੇ ਕਾਰਨ ਇਹ ਪ੍ਰਭਾਵ ਜਾਂਦਾ ਹੈ ਕਿ ਸਰਕਾਰ ਵਿਰੋਧੀ ਪਾਰਟੀਆਂ ਦੀ ਆਲੋਚਨਾ ਦੀ ਧਾਰ ਨੂੰ ਖੁੰਡਾ ਕਰਨਾ ਚਾਹੁੰਦੀ ਹੈ। ਡੰਡੀ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਕਈ ਹੋਰ ਆਗੂਆਂ ਦਾ ਇਹ ਪੁੱਛਣਾ ਵਾਜਿਬ ਹੈ ਕਿ ਤਜਵੀਜ਼ ਕੀਤੇ ਗਏ ਸ਼ਬਦ ਕਿਸ ਤਰ੍ਹਾਂ ਗੈਰ ਪਾਰਲੀਮਾਨੀ ਹਨ ਅਤੇ ਕਿਸ ਪਰਿਭਾਸ਼ਾ ਤਹਿਤ ਗੈਰ ਪਾਰਲੀਮਾਨੀ ਮੰਨੇ ਗਏ ਹਨ। ਡੰਡੀ ਬਹੁਤ ਸਾਰੇ ਮੁਹਾਵਰੇ ਅਤੇ ਕਹਾਵਤਾਂ ਨਿੱਜੀ ਨਹੀਂ ਬਲਕਿ ਖਾਸ ਘਟਨਾਵਾਂ ਅਤੇ ਵਰਤਾਰਿਆਂ ਲਈ ਸਦੀਆਂ ਤੋਂ ਵਰਤੀਆਂ ਜਾਂਦੀਆਂ ਰਹੀਆਂ ਹਨ। ਡੰਡੀ ਭਾਜਪਾ ਦੇ ਆਗੂ ਲੋਕ ਅੰਦੋਲਨ ਦੇ ਆਗੂਆਂ ਲਈ ਅੰਦੋਲਨਜੀਵੀ, ਮਾਓਵਾਦੀ, ਸ਼ਹਿਰੀ ਨਕਸਲੀ, ਟੁਕੜੇ ਟੁਕੜੇ ਗੈਂਗ ਵਰਗੇ ਸ਼ਬਦ ਵਰਤਦੇ ਹਨ। ਡੰਡੀ ਸੰਸਦ ਵਿੱਚ ਵਰਤੀ ਜਾਂਦੀ ਭਾਸ਼ਾ ਤੇ ਲੱਗ ਰਹੀਆਂ ਪਾਬੰਦੀਆਂ ਨੂੰ ਸਮਾਜ ਅੰਦਰ ਪੈਦਾ ਕੀਤੀ ਜਾ ਰਹੀ ਅਸਹਿਣਸ਼ੀਲਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਡੰਡੀ ਜਮਹੂਰੀਅਤ ਵਿੱਚ ਵਿਚਾਰ ਪ੍ਰਗਟਾਵੇ ਦਾ ਸੰਵਿਧਾਨਿਕ ਅਧਿਕਾਰ ਬੇਹੱਦ ਮਹੱਤਵਪੂਰਨ ਹੈ। ਡੰਡੀ
ਸ਼ਬਦਾਵਲੀ ਦੀ ਵਰਤੋਂ